ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਖਬਰ ਪੜਤਾਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੇ ਨਾਲ ਜੁੜੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ। ਚਰਚਾ ਕਰਨੀ ਬਣਦੀ ਹੈ ਜਿਨ੍ਹਾਂ ਮੁੱਦਿਆਂ ਤੇ ਉਸ ਚਰਚਾ ਲਈ ਹਾਜ਼ਰ ਹੋ ਜਾਂਦੇ ਹਾਂ ਅਸੀਂ ਸਮੇਂ ਦੇ ਅਨੁਸਾਰ ਤੇ ਚਰਚਾ ਦੇ ਵਿੱਚ ਸ਼ਾਮਿਲ ਹੋਣ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਮੌਜੂਦ ਨੇ ਜੀ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਡੱਲਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ जी बिल्कुल। सो ਹੁਣ ਤੱਕ ਦੀ ਅਗਰ ਅਸੀਂ ਖਬਰਾਂ ਦੀ ਗੱਲ ਕਰ ਲਈਏ, ਬਹੁਤ ਖਾਸ ਖਬਰਾਂ ਜੋ ਸੁਰਖੀਆਂ ਵਿੱਚ ਚੱਲ ਰਹੀਆਂ ਨੇ ਕਿ ਅਸੀਂ ਦੇਖ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਜੋ ਕਿ ਬਠਿੰਡਾ ਗਏ ਸੀਗੇ ਤੇ ਉੱਥੇ ਨਸ਼ਿਆਂ ਕਾਰਨ ਜੋ ਨੌਜਵਾਨ ਦੀ ਮੌਤ ਹੋਈ, ਉੱਥੇ ਉਹਨਾਂ ਦੇ ਪਰਿਵਾਰ ਨੂੰ ਮਿਲੇ ਤੇ ਨਾਲ ਦੀ ਨਾਲ ਮਾਨ ਸਰਕਾਰ ਨੂੰ ਕੁਝ ਨੁਕਤੇ ਵੀ ਦਿੰਦੇ ਨਜ਼ਰ ਆਏ ਕਿ ਕਿਵੇਂ ਇਸ ਨਸ਼ੇ ਦੀ ਸਮੱਸਿਆ ਤੋਂ ਨਜਿੱਠਿਆ ਜਾ ਸਕਦਾ ਹੈ। ਤੇ ਨਾਲ ਦੀ ਨਾਲ ਦੂਜੇ ਪਾਸੇ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਦੇ ਵਿਰੋਧੀ ਨੇ ਲੰਮੇ ਸਮੇਂ ਤੋਂ ਗੱਲ ਕਰ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਵਿੱਚ ਵਾਪਿਸ ਜਾਣਾ ਚਾਹੀਦਾ ਹੈ ਜਾਂ ਚਲੇ ਜਾਣਗੇ। ਸੋ ਉਹਨਾਂ ਦੇ ਨਾਲ ਸੰਬੰਧੀ ਵੀ ਗੱਲ ਖਬਰ ਹੈ, ਸਾਰਿਆਂ ਨੂੰ ਦੱਸ ਦਈਏ ਕਿ ਕਪਿਲ ਸ਼ਰਮਾ ਸ਼ੋਅ ਜੋ ਹੈ ਹੁਣ ਬੰਦ ਹੋਣ ਜਾ ਰਿਹਾ ਤੇ ਇਸ ਦੇ ਬਾਰੇ ਵੀ ਆਪਾਂ ਵਿਸਥਾਰ ਦੀ ਜਾਣਕਾਰੀ ਗੱਲਬਾਤ ਜ਼ਰੂਰ ਤੁਹਾਡੇ ਨਾਲ ਤੋਂ ਜੋ ਹੈ ਦੀ ਜਾਣਕਾਰੀ ਲਵਾਂਗੇ। ਪਰ ਮਾਮਲੇ ਹੋਰ ਵੀ ਬਹੁਤ ਨੇ ਕਿ ਕਿਉਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਕਣਕ ਦੀ ਐਕਸਪੋਰਟ ਦੇ ਉੱਪਰ ਰੋਕ ਲਗਾ ਦਿੱਤੀ ਹੈ, ਤਾਪਮਾਨ ਵੀ ਪਾਰਾ ਵੀ ਬਹੁਤ ਜ਼ਿਆਦਾ ਵੱਧ ਰਿਹਾ ਤੇ ਇਸ ਨਾਲ ਬਿਜਲੀ ਸੰਕਟ ਵੀ ਗਹਿਰਾਂਦਾ ਜਾ ਰਿਹਾ। ਸੋ ਸਾਰੀ ਗੱਲਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸਭ ਤੋਂ ਪਹਿਲਾਂ ਖਬਰ ਲੈਣੀ ਬਣਦੀ ਹੈ ਜੀ ਕਿ ਜਿਹੜੀ ਆਪਾਂ ਗੱਲ ਕਰੀਏ ਸਿਆਸਤ ਨੂੰ ਲੈ ਕੇ, ਹਲੇ ਸੁਨੀਲ ਜਾਖੜ ਦੀ ਗੱਲ ਕਰੀਏ ਤਾਂ ਇੱਕ ਵੱਡਾ ਝਟਕਾ ਕਾਂਗਰਸ ਨੂੰ ਮਿਲ ਕੇ ਹੀ ਹਟਿਆ। ਪਰ ਨਾਲ ਦੀ ਨਾਲ ਦੂਸਰੇ ਪਾਸੇ ਅਗਰ ਨਵਜੋਤ ਸਿੰਘ ਸਿੱਧੂ ਨੂੰ ਵੇਖੀਏ ਤਾਂ ਉਹ ਲਗਾਤਾਰ ਆਪਣੇ ਜੋ ਪੰਜਾਬ ਦੇ ਹਿੱਤਾਂ ਲਈ ਪਹਿਲਾਂ ਗੱਲ ਕਰਦੇ ਸਨ, ਸੋ ਉਸੇ ਦੇ ਚੱਲਦਿਆਂ ਅੱਜ ਬਠਿੰਡਾ ਪਹੁੰਚੇ ਹੋਏ ਸਨ ਤੇ ਉੱਥੇ ਇੱਕ ਪਰਿਵਾਰ ਨੂੰ ਮਿਲੇ ਜਿਨ੍ਹਾਂ ਦਾ ਜੋ ਪੁੱਤਰ ਹੈ ਨਸ਼ਾ ਕਰਕੇ ਉਸਦੀ ਮੌਤ ਹੋ ਗਈ ਸੀ। ਸੋ ਇਸ ਸਮੱਸਿਆ ਬਾਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਮਾਨ ਸਰਕਾਰ ਨੂੰ ਕੁਝ ਨੁਕਤੇ ਵੀ ਦਿੱਤੇ ਕਿ ਕਿਵੇਂ ਇਸ ਨਸ਼ੇ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ। ਕੀ ਕਹੋਗੇ ਇਸ ਬਾਰੇ? ਦੇਖੋ, ਨਵਜੋਤ ਸਿੰਘ ਸਿੱਧੂ ਅੱਜ ਬਠਿੰਡਾ ਗਏ ਸੀ ਔਰ ਡਰੱਗ ਦੀ ਸਮੱਸਿਆ ਤੇ ਉਹਨਾਂ ਨੇ ਵੱਡੀਆਂ ਗੱਲਾਂ ਕਹੀਆਂ ਨੇ ਕਿ ਸਾਨੂੰ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ। ਉਹ ਕਹਿੰਦੇ ਰੋਕਥਾਮ ਤੇ ਇਲਾਜ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਉਹ ਕਹਿੰਦੇ ਮੈਂ ਇਸ ਸਿਆਸਤ 'ਚ ਨਹੀਂ ਪੈਣਾ ਕਿ ਪਿਛਲੀਆਂ 3 ਸਰਕਾਰਾਂ ਨੇ, ਅਕਾਲੀ ਦਲ ਦੀ ਸਰਕਾਰ, ਕੈਪਟਨ ਅਮਰਿੰਦਰ ਦੀ ਸਰਕਾਰ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ। ਉਹ ਕਹਿੰਦੇ ਇਹਦੇ ਤੇ ਸਿਆਸਤ ਪੈਣ ਦੀ ਲੋੜ ਨਹੀਂ। ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ ਜਿਹਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਉਹ ਹੈ ਰੋਕਥਾਮ ਅਤੇ ਇਲਾਜ ਤੇ ਨਜ਼ਰੀਆ ਬਦਲਣ ਦੀ ਜ਼ਰੂਰਤ ਹੈ। ਸੋ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸੀਂ ਸਭ ਤੋਂ ਪਹਿਲਾਂ, ਦੇਖੋ ਪਿੱਛੇ ਜੇ ਭਗਵੰਤ ਮਾਨ ਉਹਨਾਂ ਨੇ ਵੀ ਬਿਆਨ ਦਿੱਤਾ ਸੀ ਕਿ ਇਹ ਇੱਕ ਰੋਗ ਬਣ ਚੁੱਕਿਆ ਹੈ, ਲੋਕ ਸਾਡੇ ਪੀੜਤ ਨੇ, ਜਿਹੜੇ ਐਡਿਕਟ ਨੇ ਉਹ ਪੀੜਤ ਨੇ। ਔਰ ਨਵਜੋਤ ਸਿੰਘ ਸਿੱਧੂ ਵੀ ਬਹੁਤ ਦੇਰ ਦੇ ਗੱਲ ਕਰਦੇ ਆ ਰਹੇ ਸੀ, ਉਹਨਾਂ ਨੇ ਵੀ ਇਹ ਗੱਲ ਫਿਰ ਦੁਹਰਾਈ ਹੈ ਕਿ ਇਹ ਐਡਿਕਸ਼ਨ ਹੈ ਜਿਹੜੀ ਇੱਕ ਸਮੱਸਿਆ ਹੈ। ਬਹੁਤ ਸਾਰੇ ਲੋਕ ਨੇ, ਦੇਖੋ 2 ਤਰ੍ਹਾਂ ਦੇ ਨਸ਼ੇ ਨੇ, ਇੱਕ ਤਾਂ ਕਾਨੂੰਨੀ ਨਸ਼ਾ ਹੈ, ਤੰਬਾਕੂ ਦਾ ਸੇਵਨ ਹੈ, ਸ਼ਰਾਬ ਹੈ। ਉਹ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਵੇਕ ਤੇ ਛੱਡ ਦਿੰਦੇ ਹਾਂ ਕਿ ਉਹਨੇ ਫੈਸਲਾ ਕਰਨਾ ਹੈ ਕਿ ਉਹ ਇਹਦੇ ਬਾਰੇ ਕੀ ਸੋਚਦਾ ਹੈ। ਪਰ ਜਿਹੜਾ ਚਿੱਟੇ ਵਰਗਾ ਨਸ਼ਾ ਹੈ, ਇਹ ਨਸ਼ਾ ਅਗਰ ਤੁਸੀਂ ਕਿਸੇ ਇੱਕ ਵਿਅਕਤੀ ਨੂੰ ਗਲਤੀ ਨਾਲ ਵੀ ਉਹਨੂੰ ਸੇਵਨ ਕਰਾ ਦਿਓ ਤੇ ਉਹ ਐਡਿਕਟ ਹੋ ਸਕਦਾ। ਬਿਲਕੁਲ। ਸੋ ਇਸ ਕਰਕੇ ਦੇਖੋ, ਸ਼ਰਾਬ ਤਾਂ ਸਾਡੇ ਵਿਆਹਾਂ 'ਚ ਅਕਸਰ ਲੋਕ ਪੀਂਦੇ ਪਿਲਾਉਂਦੇ ਨੇ, ਉਹ ਤੁਰੰਤ ਕਿਸੇ ਨੂੰ ਮੌਤ ਦੇ ਘਾਟ ਨਹੀਂ ਲੈ ਕੇ ਜਾਂਦੀ ਜਦ ਤੱਕ ਸ਼ਰਾਬ ਜ਼ਹਿਰੀਲੀ ਨਾ ਹੋਵੇ। ਉਹ ਤਾਂ ਸਮੱਸਿਆ ਹੈ ਜ਼ਹਿਰੀਲੀ ਸ਼ਰਾਬ, ਉਹ ਇੱਕ ਅਲੱਗ ਸਮੱਸਿਆ ਹੈ। ਪਰ ਜਿਹੜਾ ਚਿੱਟੇ ਵਰਗਾ ਨਸ਼ਾ ਹੈ, ਇਹ ਬਹੁਤ ਤੇਜ਼ੀ ਦੇ ਨਾਲ ਸਰੀਰ ਨੂੰ ਕੰਡਮ ਕਰਦਾ ਤੇ ਖਤਮ ਕਰ ਦਿੰਦਾ। ਔਰ ਜਿਹੜੇ ਵੀ ਲੋਕ ਇਸ ਨਸ਼ੇ ਦੇ ਆਦੀ ਹੋ ਜਾਂਦੇ ਨੇ, ਉਹ ਕਿਸੇ ਵੀ ਸਮੇਂ ਦੁਨੀਆ ਤੋਂ ਜਾ ਸਕਦੇ ਨੇ। ਵੈਸੇ ਉਹਨਾਂ ਦੀ ਜਿਹੜੇ ਲਗਾਤਾਰ ਆਦੀ ਹੋ ਜਾਂਦੇ ਨੇ, ਉਹਨਾਂ ਦੀ ਔਸਤਨ ਲਾਈਫ ਵੀ ਮੇਰੇ ਅੰਦਾਜ਼ੇ ਮੁਤਾਬਕ 2, 3, 4 ਸਾਲਾਂ ਤੋਂ ਜ਼ਿਆਦਾ ਨਹੀਂ ਰਹਿੰਦੀ। ਉਹ ਇਸ ਸਮੇਂ ਦੌਰਾਨ ਆਪਣੀ ਜ਼ਿੰਦਗੀ ਖਤਮ ਕਰ ਲੈਂਦੇ ਨੇ। ਹੁਣ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਗਏ, ਖੇਮਕਰਨ ਸਾਹਿਬ ਗਏ, ਉੱਥੇ ਇੱਕ ਕਬੱਡੀ ਖਿਡਾਰੀ ਸੀ, 24 ਸਾਲ ਦੀ ਉਮਰ ਸੀ। ਹੁਣ ਉਹ ਬਠਿੰਡਾ ਗਏ, ਉੱਥੇ ਵੀ ਕਈ ਪਰਿਵਾਰਾਂ ਨੂੰ ਮਿਲੇ। ਉੱਥੇ ਫਿਰ ਉਹਨਾਂ ਨੇ ਆਪਣਾ ਨਜ਼ਰੀਆ ਰੱਖਿਆ ਕਿ ਸਾਨੂੰ ਸਿਆਸਤ ਤੋਂ ਉੱਪਰ ਆ ਕੇ ਪਾਲਿਸੀ ਮੇਕਿੰਗ ਦੇ ਜ਼ਰੀਏ ਰੀਹੈਬਿਲਿਟੇਸ਼ਨ ਦੇ ਪ੍ਰੋਸੈਸ ਨੂੰ ਮਜ਼ਬੂਤ ਕਰਨਾ ਪਊਗਾ। ਮੈਡੀਸਿਨਸ ਕਿਵੇਂ ਦੇਣੀਆਂ ਨੇ, ਔਰ ਉਹਨਾਂ ਨੇ ਵੱਖ-ਵੱਖ ਰਿਸਰਚਾਂ ਦੇ ਹਵਾਲੇ ਦਿੱਤੇ। ਉਹਨਾਂ ਨੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦਾ ਹਵਾਲਾ ਵੀ ਦਿੱਤਾ। ਉਹਨਾਂ ਨੇ ਜਿਹੜੇ ਪੰਜਾਬ ਦੇ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦਾ ਹਵਾਲਾ ਵੀ ਦਿੱਤਾ, ਪੰਜਾਬ ਸਰਕਾਰ ਦੇ ਅੰਕੜਿਆਂ ਦਾ ਹਵਾਲਾ ਵੀ ਦਿੱਤਾ। ਸੋ ਵੱਖ-ਵੱਖ ਪਰਸੈਂਟੇਜ ਹੈ, ਕੋਈ 1% ਕਹਿ ਰਿਹਾ, ਕੋਈ 5% ਕਹਿ ਰਿਹਾ। ਪਰ ਉਹ ਕਹਿੰਦੇ ਕਿ ਇਸ ਐਡਿਕਸ਼ਨ ਨੂੰ ਟ੍ਰੀਟਮੈਂਟ ਦੇ ਆਧਾਰ ਦੇ ਉੱਤੇ ਸਾਨੂੰ ਖਤਮ ਕਰਾਉਣਾ ਪਊਗਾ। ਸਾਨੂੰ ਟ੍ਰੀਟਮੈਂਟ ਦੀ ਸਹੂਲਤ ਨੂੰ ਮਜ਼ਬੂਤ ਕਰਨਾ ਪਊਗਾ। ਜਿਹੜੇ ਲੋਕ ਐਡਿਕਟਡ ਨੇ ਉਹਨਾਂ ਨੂੰ ਅਸੀਂ ਟ੍ਰੀਟਮੈਂਟ ਕਰੀਏ ਔਰ ਉਹਨਾਂ ਦੇ ਘਰ ਪਹੁੰਚੀਏ।
ਜਿਵੇਂ ਘਰ ਘਰ ਜਾ ਕੇ ਅਸੀਂ ਪਛਾਣ ਕਰੀਏ, ਕਈ ਲੋਕ ਸੰਗਦੇ ਨੇ ਕਿ ਉਹਨਾਂ ਦੇ ਪਰਿਵਾਰ 'ਚ ਕੋਈ ਮੈਂਬਰ ਨਸ਼ਾ ਕਰਦਾ, ਇਸ ਸੰਗ 'ਚੋਂ ਬਾਹਰ ਆਉਣ ਦੀ ਲੋੜ ਹੈ, ਕਿਉਂਕਿ ਇਹ ਬਿਮਾਰੀ ਹੈ। ਹੁਣ ਅਸੀਂ ਇਹਨੂੰ ਬਿਮਾਰੀ ਮੰਨ ਕੇ ਚੱਲੀਏ। ਸੋ ਇਸ ਤਰ੍ਹਾਂ ਦੇ ਨਜ਼ਰੀਏ ਦੇ ਨਾਲ ਉਹਨਾਂ ਨੇ ਇੱਕ ਵੱਡੀ ਪਹਿਲ ਕਦਮੀ ਕੀਤੀ ਹੈ। ਬਹੁਤ ਵੱਡੀ ਗਿਣਤੀ 'ਚ ਉਹਨਾਂ ਦੇ ਨਾਲ ਕਾਂਗਰਸ ਦੇ ਹੋਰ ਲੀਡਰ ਸੀ, ਕਈ ਸਾਬਕਾ ਵਿਧਾਇਕ ਸੀ, ਔਰ ਸਮਾਜਿਕ ਲੋਕ ਵੀ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਸੀ। ਸੋ ਪ੍ਰੈਸ ਵਾਲਿਆਂ ਨੇ ਵੀ ਬਹੁਤ ਭਰਮਾ ਹੁੰਗਾਰਾ ਬਠਿੰਡੇ ਦੇ ਵਿੱਚ ਉਹਨਾਂ ਨੂੰ ਦਿੱਤਾ ਹੈ। ਪਰ ਨਵਜੋਤ ਸਿੰਘ ਸਿੱਧੂ ਨੇ ਜਿੰਨੀ ਸ਼ਾਲੀਨਤਾ ਦੇ ਨਾਲ ਅੱਜ ਇਹ ਗੱਲਾਂ ਰੱਖੀਆਂ ਨੇ, ਇਹ ਬਹੁਤ ਦੂਰ ਤੱਕ ਇਹਦਾ ਸੁਨੇਹਾ ਜਿਹੜਾ ਗਿਆ। ਪਰ ਭਗਵੰਤ ਮਾਨ ਉਹਨਾਂ ਨੂੰ ਵੀ ਜ਼ਰੂਰ ਮਿਲ ਜੁਲ ਕੇ ਆਮ ਲੋਕਾਂ ਦੇ ਨਾਲ, ਸਮਾਜ ਸੇਵੀ ਸੰਸਥਾਵਾਂ ਦੇ ਨਾਲ ਇੱਕ ਜਨ ਅਭਿਆਨ ਸ਼ੁਰੂ ਕਰਨ ਦੀ ਜ਼ਰੂਰਤ ਇਸ ਵਕਤ ਇੱਥੇ ਬਣਦੀ ਹੈ। ਔਰ ਉਸ ਤੋਂ ਬਾਅਦ ਜਿਹੜੇ ਸਾਡੇ ਮਾਨਯੋਗ ਵਕੀਲ ਨੇ, ਸਾਬਕਾ MLA ਵੀ ਨੇ, HS ਫੂਲਕਾ ਸਾਹਿਬ, HS ਫੂਲਕਾ ਸਾਹਿਬ ਦਾ ਜੱਦੀ ਜਿਹੜਾ ਘਰ ਹੈ ਉਹ ਹੈ ਭਦੌੜ ਦੇ ਵਿੱਚ, ਉਹਨਾਂ ਦੇ ਰਿਸ਼ਤੇਦਾਰ ਵੀ ਉੱਥੇ ਰਹਿੰਦੇ ਨੇ HS ਫੂਲਕਾ ਸਾਹਿਬ ਦੇ। ਸੋ ਉਹਨਾਂ ਦੇ ਘਰ ਵੀ ਉਹ ਜਾ ਕੇ ਆਏ ਨੇ, ਕਿਉਂਕਿ ਫੂਲਕਾ ਸਾਹਿਬ ਦੇ ਪਰਿਵਾਰ ਦੇ ਵਿੱਚ ਸਾਨੂੰ ਪਤਾ ਹੈ ਫੂਲਕਾ ਸਾਹਿਬ ਦੇ ਜਿਹੜੇ ਭਰਾ ਸੀ ਉਹ ਦੁਨੀਆ ਤੋਂ ਚਲੇ ਗਏ ਨੇ। ਪ੍ਰਧਾਨ ਮੰਤਰੀ ਸਾਹਿਬ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਸੋ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕਰਨ ਉੱਥੇ ਜਿਹੜੇ ਨੇ ਅੱਜ ਜਾ ਕੇ ਆਏ ਨੇ। ਔਰ ਗੱਲ ਵੀ ਮੈਂ ਚਾਹੂੰਗਾ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਅੱਜ ਗੱਲ ਕੀਤੀ ਉਹ ਬਹੁਤ ਸੁਣਨ ਵਾਲੀ ਗੱਲ ਹੈ ਤੇ ਉਹ ਜ਼ਰੂਰ ਸੁਣਨੀ ਵੀ ਚਾਹੀਦੀ ਹੈ। ਦੇਖੋ, ਮੈਂ ਸਭ ਤੋਂ ਪਹਿਲੀ ਚੀਜ਼ ਜਿਹੜੀ ਇਸ ਮਸਲੇ ਦੇ ਵਿੱਚ ਚੁੱਕਣਾ ਚਾਹੁੰਦਾ ਕਿ ਜਦ ਤੱਕ ਤੁਹਾਨੂੰ ਰੋਗੀਆਂ ਦਾ ਪਤਾ ਨਹੀਂ, ਤੁਸੀਂ ਇਲਾਜ ਕਿਵੇਂ ਕਰੋ। ਜਿਸ ਤਰ੍ਹਾਂ ਪੋਲਿਟਿਕਸ ਦੇ ਵਿੱਚ ਮਤਗਣਨਾ ਹੁੰਦੀ ਹੈ ਜੀ, ਵੋਟਾਂ ਇੰਨੀਆਂ ਨੇ, ਘਰ ਘਰ ਜਾ ਕੇ ਲੋਕ ਪਤਾ ਕਰਦੇ ਆ। ਜਿਸ ਤਰ੍ਹਾਂ ਗੁਰਬਤ ਹਟਾਉਣ ਦੇ ਲਈ ਤੁਸੀਂ ਹਰ 10 ਸਾਲਾਂ ਬਾਅਦ, ਜਦ ਤੱਕ ਤੁਹਾਨੂੰ ਗਰੀਬ ਦਾ ਪਤਾ ਨਹੀਂ, ਤੁਸੀਂ ਗਰੀਬੀ ਨਹੀਂ ਨਾ ਹਟਾ ਸਕਦੇ। ਇਸੇ ਤਰ੍ਹਾਂ ਜਦ ਤੱਕ ਤੁਹਾਨੂੰ ਐਡਿਕਸ਼ਨ ਦਾ ਪਤਾ ਨਹੀਂ ਕਿ ਕੌਣ ਕਰ ਰਿਹਾ, ਉਹਦਾ ਡਾਟਾਬੇਸ ਨਹੀਂ, ਤੁਸੀਂ ਇਲਾਜ ਕਿਸ ਤਰ੍ਹਾਂ ਕਰ ਸਕਦੇ। ਪਹਿਲੀ ਗੱਲ, ਇਸ ਗੱਲ ਦੇ ਵਿੱਚ ਮੈਂ ਇਹ ਕਹੂੰਗਾ ਕਿ 2 ਸਰਵੇ ਕਰਵਾਏ ਸੀ, ਇੱਕ ICMR ਆ ਤੇ ਇੱਕ ICMR ਦਾ ਔਰ ਦੂਸਰਾ ਏਮਸ ਦਾ, ਜਿਹੜਾ ਪੰਜਾਬ ਸਰਕਾਰ ਦੇ ਜਿਹੜੇ ਸਰਵੇ ਨੇ। ਉਹਨਾਂ ਸਰਵੇਜ਼ ਦਾ ਇਹ ਕਹਿਣਾ ਹੈ ਕਿ 0.9%, ਮਤਲਬ 1% ਤੋਂ ਘੱਟ ਲੋਕ ਨਸ਼ਾ ਕਰਦੇ ਆ, ਔਰ ਜਿਹੜੇ ਆ ਕੇ ਦਵਾਈ ਲੈ ਕੇ ਜਾਂਦੇ ਆ ਸਾਡੇ ਤੋਂ, ਬੁਪਰਨੋਰਫਿਨ, ਜਿਹੜੀ ਅਸਲੀ ਲੀਗਲ ਦਵਾਈ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ, ਬੁਪਰਨੋਰਫਿਨ, ਉਹ 0.9% ਹੈ। ICMR ਕਹਿੰਦਾ 1% ਹੈ। ਲੇਕਿਨ ਜਿਹੜਾ ਸਰਕਾਰ ਦਾ ਆਪਦਾ ਡਾਟਾ ਹੈ, ਤੁਸੀਂ ਦੇਖੋ ਕਿੰਨਾ ਕੰਟਰਡਿਕਟਰੀ ਹੈ। ਉਹ ਕਹਿੰਦਾ ਵੀ 7 ਲੱਖ ਇਹੋ ਜਿਹੇ ਬੰਦੇ ਨੇ ਜਿਹੜੇ ਸਾਡੇ ਕੋਲੋਂ ਅੱਜ ਓਪੀਐਡ ਦਾ ਇਲਾਜ ਕਰਾ ਕੇ ਜਾਂਦੇ। ਸਾਡੇ ਨਾਲ 7 ਲੱਖ ਦਾ ਫਿਗਰ ਹੈ। 7 ਲੱਖ ਦਾ ਮਤਲਬ ਹੈ 5% ਲੋਕਾਂ ਦੀ ਆਬਾਦੀ ਹੈ। ਔਰ ਇਹ ਸਿਰਫ ਉਹੀ ਲੋਕ ਨੇ ਜਿਹੜੇ ਲੀਗਲੀ ਬੁਪਰੀਨੋਰਫਿਨ ਲੈ ਕੇ ਜਾਂਦੇ ਆ, ਸਮਝੇ ਨੇ। ਜਿਹੜੇ 400 ਹਸਪਤਾਲਾਂ ਚੋਂ ਜਾਂਦਾ ਇਹ, ਉਹ ਸਰਕਾਰੀ ਨੇ ਜਾਂ ਪ੍ਰਾਈਵੇਟ ਨੇ। ਲੇਕਿਨ ਕੁਝ ਲੋਕ ਐਸੇ ਵੀ ਨੇ ਜਿਹੜੇ ਬੁਪਰੀਨੋਰਫਿਨ ਨਹੀਂ ਲੈਂਦੇ। ਹੋਰ ਸਾਈਕੈਟਰਿਸਟ ਐਸੇ ਨੇ ਜਿਹੜੇ 200-400 ਐਸੇ ਹਸਪਤਾਲਾਂ ਦੇ ਵਿੱਚ ਇਲਾਜ ਕਰਦੇ ਆ, ਜਿਹੜੇ ਟ੍ਰੈਮਾਡੋਲ ਨਾਲ ਕਰਦੇ ਆ, ਪੇਨ ਕਿਲਰਸ ਨਾਲ ਕਰਦੇ ਆ, ਦੂਸਰੀ ਦਵਾਈ ਨਾਲ ਕਰਦੇ ਆ, ਉਹਦਾ ਕੋਈ ਰਿਕਾਰਡ ਹੀ ਹੈ ਨਹੀਂ। ਉਹ ਵੀ ਇੰਨੀ ਹੈ। ਜੇ ਤੁਸੀਂ ਉਹਨਾਂ ਨੂੰ ਵੀ ਲਾਓਗੇ ਤੇ ਟੋਟਲ ਕਰੀਬ 10% ਆਬਾਦੀ, ਸਮਝਦੇ ਹੋ। ਔਰ ਇਹਦੇ ਚ 60 ਤੋਂ 70% ਇਹ ਪ੍ਰੂਵਨ ਹੈ ਨੌਜਵਾਨ। ਜੀ ਬਿਲਕੁਲ ਸਹੀ ਤੁਸੀਂ ਕਿਹਾ, ਕਿਉਂਕਿ ਸਾਡੇ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਨਸ਼ਾ ਕਰਕੇ ਹੀ ਗਰਕ ਹੁੰਦੀ ਜਾ ਰਹੀ ਹੈ। ਸੋ ਸਿਰਫ ਨਸ਼ਾ ਕਰਕੇ ਇੱਕ ਨੌਜਵਾਨ ਦੀ ਮੌਤ ਨਹੀਂ ਹੁੰਦੀ ਜਦੋਂ ਇਸ ਘਰ ਵਿੱਚ ਜਾਂਦਾ, ਤਾਂ ਪੂਰਾ ਪਰਿਵਾਰ ਜੋ ਹੈ ਕਿਤੇ ਨਾ ਕਿਤੇ ਸਦਮੇ ਵਿੱਚ ਰਹਿੰਦਾ। ਤੇ ਵਾਕਈ ਪੰਜਾਬ ਦੀ ਨੌਜਵਾਨੀ ਨੂੰ ਇਸ ਤੋਂ ਬਾਹਰ ਕੱਢਣ ਲਈ ਇਸ ਨੂੰ ਇੱਕ ਬਿਮਾਰੀ ਦੀ ਤਰ੍ਹਾਂ ਹੀ ਵੇਖਣਾ ਚਾਹੀਦਾ। ਜਿਵੇਂ ਬਾਕੀ ਬਿਮਾਰੀਆਂ ਹੁੰਦੀਆਂ ਉਸੇ ਤਰੀਕੇ ਨਾਲ ਇਸਦਾ ਇਲਾਜ ਤੇ ਹੋਰ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਨੇ, ਤਾਂ ਕਿ ਸਮੇਂ ਦੇ ਨਾਲ ਇਸ ਬਿਮਾਰੀ ਨੂੰ ਜੋ ਹੈ ਪੰਜਾਬ ਵਿੱਚੋਂ ਖਤਮ ਕੀਤਾ ਜਾ ਸਕੇ। ਅੱਗੋਂ ਅਗਰ ਅਸੀਂ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਜੋ ਕਿ ਆਪਣੇ ਕਪਿਲ ਸ਼ਰਮਾ ਸ਼ੋਅ ਕਰਕੇ ਬਹੁਤ ਹੀ ਜ਼ਿਆਦਾ ਪ੍ਰਸਿੱਧੀ ਵਿੱਚ ਵੀ ਪਹਿਲਾਂ ਬਹੁਤ ਰਹੇ, ਉਸ ਤੋਂ ਬਾਅਦ ਪੋਲਿਟਿਕਸ ਵਿੱਚ ਆਉਣ ਬਹੁਤ ਜ਼ਿਆਦਾ ਧਿਆਨ ਦੇਣ ਕਰਕੇ ਉੱਥੇ ਉਹਨਾਂ ਨੂੰ ਛੱਡਣਾ ਪਿਆ। ਪਰ ਬਾਅਦ ਵਿੱਚ ਹੁਣ ਗੱਲਾਂ ਸੀ ਕਿ ਵਿਰੋਧੀਆਂ ਵੱਲੋਂ ਵੀ ਕਿਹਾ ਜਾ ਰਿਹਾ ਸੀ, ਜਾਂ ਫਿਰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਇੰਤਜ਼ਾਰ ਵੀ ਕੀਤਾ ਜਾ ਰਿਹਾ ਸੀ ਕਿ ਕਦੋਂ ਕਿ ਨਵਜੋਤ ਸਿੰਘ ਸਿੱਧੂ ਵਾਪਿਸ ਕਪਿਲ ਸ਼ਰਮਾ ਸ਼ੋਅ ਵਿੱਚ ਜਾਣਗੇ। ਪਰ ਹੁਣ ਖਬਰ ਆਉਂਦੀ ਹੈ ਕਿ ਕਪਿਲ ਸ਼ਰਮਾ ਸ਼ੋਅ ਹੀ ਬੰਦ ਹੋ ਰਿਹਾ ਹੈ। ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਚਾਹੇ ਉਹਨਾਂ ਦੇ ਪ੍ਰਸ਼ੰਸਕਾਂ ਦੀ ਗੱਲ ਕਰੀਏ, ਚਾਹੇ ਵਿਰੋਧੀਆਂ ਦੀ ਗੱਲ ਕਰੀਏ, ਕਿਸ ਤਰੀਕੇ ਨਾਲ ਇਸ ਸਭ ਚੀਜ਼ਾਂ ਨੂੰ ਵੇਖਣਗੇ? ਦੇਖੋ, ਮੈਂ ਅੱਜ ਸੋਸ਼ਲ ਮੀਡੀਆ ਤੇ ਤਸਵੀਰਾਂ ਬਹੁਤ ਦੇਖੀਆਂ, ਕਹਿੰਦੇ ਰੈਪ ਅਪ ਪਾਰਟੀ ਰੱਖੀ ਗਈ ਸੀ। ਸੋ ਥੋੜੀ ਦੇਰ ਲਈ ਕਹਿੰਦੇ ਕਪਿਲ ਸ਼ਰਮਾ ਸ਼ੋਅ ਬੰਦ ਹੋ ਰਿਹਾ, ਉਹਦੇ ਲਈ ਕੋਈ ਹੋਰ ਸ਼ੋਅ ਉਸ ਥਾਂ ਦੇ ਉੱਤੇ, ਉਸ ਚੈਨਲ ਦੇ ਉੱਤੇ ਆਇਆ ਕਰੇਗਾ। ਹੋ ਸਕਦਾ
ਕਿ ਦੁਬਾਰਾ ਹੋ ਸਕਦਾ ਕਪਿਲ ਸ਼ਰਮਾ ਹੁਣੀ ਕਿਸੇ ਹੋਰ ਸ਼ੋਅ ਦੇ ਵਿੱਚ ਸਾਨੂੰ ਨਜ਼ਰ ਆਉਣ, ਪਰ ਕਪਿਲ ਸ਼ਰਮਾ ਸ਼ੋਅ ਫਿਲਹਾਲ ਰੈਪ ਅਪ ਹੋ ਰਿਹਾ, ਕਹਿ ਰਹੇ ਨੇ ਕਿ ਨਵੇਂ ਸਿਰੇ ਤੋਂ ਫਿਰ ਦੁਬਾਰਾ ਆਏਗਾ। ਕਈ ਵਾਰੀ ਇਹ ਸ਼ੋਅ ਚੱਲੇ ਆ, ਕਈ ਵਾਰੀ ਬੰਦ ਹੋਏ ਨੇ, ਅਜਿਹਾ ਹੁੰਦਾ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਨਾਲ, ਕੁਝ ਸਮੇਂ ਲਈ ਚੱਲਦੇ ਨੇ, ਫਿਰ ਕੁਝ ਦੇਰ ਲਈ ਬ੍ਰੇਕ ਆਉਂਦੀ ਹੈ, ਫਿਰ ਦੁਬਾਰਾ ਸ਼ੁਰੂ ਹੁੰਦੇ ਨੇ। ਟੈਲੀਵਿਜ਼ਨ ਇਸੇ ਤਰ੍ਹਾਂ ਨਾਲ ਹੁੰਦਾ ਹੈ। ਔਰ ਬਹੁਤ ਸਾਰੇ ਲੋਕ ਦੇਖੋ, ਇਹ ਪਿਛਲੇ ਦਿਨਾਂ 'ਚ ਮੈਂ ਚਰਚਾ ਵੀ ਦੇਖੀ ਕਿ ਨਵਜੋਤ ਸਿੰਘ ਸਿੱਧੂ ਹੁਣ ਹਾਰ ਗਏ, ਉਹ ਕਪਿਲ ਸ਼ਰਮਾ ਸ਼ੋਅ 'ਚ ਚਲੇ ਜਾਣਗੇ। ਇਸ ਤਰੀਕੇ ਨਾਲ ਦੇਖਣ ਦੀ ਜ਼ਰੂਰਤ ਨਹੀਂ ਹੁੰਦੀ। ਜਦੋਂ ਉਹ ਮੰਤਰੀ ਸੀ ਉਹ ਉਦੋਂ ਵੀ ਜਾਇਆ ਕਰਦੇ ਸੀ ਕਪਿਲ ਸ਼ਰਮਾ ਸ਼ੋਅ ਦੇ ਵਿੱਚ, ਪਰ ਪੋਲੀਟੀਕਲ ਲੋਕਾਂ ਨੇ ਕਹਿ ਕੇ ਉਹਨਾਂ ਦਾ ਰੁਜ਼ਗਾਰ ਹੈ ਜਿਹੜਾ ਬੰਦ ਕੀਤਾ। ਔਰ ਮੈਨੂੰ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੇ ਨਾ ਤਾਂ ਸ਼ਰਾਬ ਦੇ ਠੇਕੇ ਨੇ, ਨਾ ਰੇਤੇ ਦੀਆਂ ਉਹਨਾਂ ਦੀਆਂ ਖੱਡਾਂ ਨੇ, ਨਾ ਨਵਜੋਤ ਸਿੰਘ ਸਿੱਧੂ ਨੇ ਫਾਈਨਾਂਸ ਕੰਪਨੀ ਬਣਾਈ, ਨਾ ਨਵਜੋਤ ਸਿੰਘ ਸਿੱਧੂ ਨੇ ਹੋਟਲ ਬਣਾਏ। ਠੀਕ ਹੈ, ਜਦੋਂ ਉਹ ਖਿਡਾਰੀ ਸੀਗੇ ਉਦੋਂ ਉਹਨਾਂ ਨੇ ਸ਼ੋਰੂਮ ਕੁਝ ਖਰੀਦੇ ਸੀ, ਜਦੋਂ ਖਿਡਾਰੀ ਦੇ ਤੌਰ ਤੇ ਉਹਨਾਂ ਕੋਲ 4 ਪੈਸੇ ਜੁੜਦੇ ਸੀ, ਤੇ ਉਹਦੇ ਕਿਰਾਏ ਦੇ ਨਾਲ ਹੀ ਉਹਨਾਂ ਦਾ ਘਰ ਹੈ ਜਿਹੜਾ ਚੱਲਦਾ। ਪਰ ਜਿੰਨੇ ਵੱਡੇ ਉਹਨਾਂ ਦੇ ਖਰਚੇ ਨੇ, ਜਿੰਨੀ ਵੱਡੀ ਉਹਨਾਂ ਦੀ ਸੇਵਾ ਹੈ, ਮੈਨੂੰ ਲੱਗਦਾ ਵਿੱਤੀ ਸੰਕਟ 'ਚ ਨੇ। ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੀ ਧੀ ਨੇ ਬਾਹਰ ਪੜ੍ਹਨ ਜਾਣਾ ਸੀ, ਔਰ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਜਿਸ ਮੁਲਕ 'ਚ ਉਹਨਾਂ ਨੇ ਕਰਨ ਜਾਣੀ ਸੀ ਉਹ ਕਾਫੀ ਮਹਿੰਗੀ ਹੈ। ਕੈਨੇਡਾ ਜਾਂ ਆਸਟ੍ਰੇਲੀਆ ਦੇ ਨਾਲੋਂ ਵੀ, ਕੈਨੇਡਾ ਔਰ ਆਸਟ੍ਰੇਲੀਆ ਦੇ ਨਾਲੋਂ ਵੀ ਉਹ ਜਿਹੜਾ ਉਹਨਾਂ ਦਾ ਕੋਰਸ ਸੀ ਉਹ ਮਹਿੰਗਾ ਸੀ। ਸੋ ਉਹਨਾਂ ਦੀ ਧੀ ਹੈ ਜਿਹੜੀ ਉਹ ਇਸ ਕਰਕੇ ਨਹੀਂ ਜਾ ਸਕੀ ਕਿ ਪੈਸਿਆਂ ਦਾ ਸੰਕਟ ਸੀ। ਔਰ ਨਵਜੋਤ ਸਿੰਘ ਸਿੱਧੂ ਨੇ ਕਿਸੇ ਤੋਂ ਇਸ ਲਈ ਕਿਹਾ ਵੀ ਨਹੀਂ। ਚਲੋ, ਉਹਨਾਂ ਦੀ ਧੀ ਦੀ ਆਪਣੀ ਕੁਰਬਾਨੀ ਹੈ, ਉਹ ਕਹਿੰਦੀ ਸੀ ਕੋਈ ਗੱਲ ਨਹੀਂ, ਮੈਂ ਜਦੋਂ ਮੌਕਾ ਲੱਗੂਗਾ ਜਾਊਂਗਾ। ਪਰ ਮੇਰਾ ਇਹ ਮੰਨਣਾ ਹੈ, ਕਈ ਲੋਕ ਵਿਰੋਧ ਕਰਦੇ ਨੇ, ਪਰ ਮੇਰਾ ਵੱਖਰਾ ਨਜ਼ਰੀਆ ਹੈ। ਔਰ ਮੈਂ ਹਰਜੋਤ ਜੀ ਅੱਜ ਤੁਹਾਡੇ ਨਾਲ ਸਾਂਝਾ ਕਰਦਾ, ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਕਈ ਵਾਰੀ ਸਲਾਹ ਦੇ ਚੁੱਕਿਆ, ਚੋਣਾਂ ਤੋਂ ਪਹਿਲਾਂ ਵੀ, ਚੋਣਾਂ ਤੋਂ ਬਾਅਦ ਵੀ, ਕਿ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਟੈਲੀਵਿਜ਼ਨ ਦਾ ਪ੍ਰੋਗਰਾਮ ਜੋ ਤੁਹਾਨੂੰ ਠੀਕ ਲੱਗੇ ਉਹ ਕਰਨਾ ਚਾਹੀਦਾ, ਕਿਉਂਕਿ ਉਹ ਰੁਜ਼ਗਾਰ ਹੈ ਉਹਨਾਂ ਦਾ। ਦੇਖੋ, ਟੈਲੀਵਿਜ਼ਨ ਉਹਨਾਂ ਦਾ ਰੁਜ਼ਗਾਰ ਹੈ, ਔਰ ਉਹਨਾਂ ਨੇ ਕੰਮ ਇੱਕ ਦਿਨ ਕਰਨਾ ਹੁੰਦਾ, ਵੱਧ ਤੋਂ ਵੱਧ 2 ਦਿਨ। ਮੈਂ ਉਹਨਾਂ ਨੂੰ ਕਈ ਵਾਰ ਬੇਨਤੀ ਕੀਤੀ ਕਿ ਤੁਸੀਂ ਪੋਲੀਟੀਕਲ ਲੀਡਰਾਂ ਦੀ ਗੱਲ ਦੀ ਪਰਵਾਹ ਨਾ ਕਰੋ, ਹਾਲਾਂਕਿ ਉਹ ਕਰਦੇ ਵੀ ਨਹੀਂ, ਪਰ ਫਿਰ ਵੀ ਮੈਂ ਕਿਹਾ ਕਿ ਤੁਸੀਂ ਜਾਂ ਪੋਲੀਟੀਕਲ ਲੀਡਰਾਂ ਦੀ ਪਰਵਾਹ ਨਾ ਕਰੋ ਜਿਹੜੇ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਟੈਲੀਵਿਜ਼ਨ 'ਚ ਚਲਿਆ ਜਾਊਗਾ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ 5 ਦਿਨ ਪੰਜਾਬ ਨੂੰ ਦਿਓ, 2 ਦਿਨ ਪਰਿਵਾਰ ਨੂੰ ਦਿਓ, 2 ਦਿਨ ਤੁਸੀਂ ਘੱਟੋ ਘੱਟ ਕੰਮ ਕਰੋ। ਪਰ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ। ਪਰ ਮੇਰਾ ਇਹ ਮੰਨਣਾ ਹੈ ਕਿ ਕਰਨਾ ਚਾਹੀਦਾ ਹੈ। ਹੁਣ ਹੋਰ ਕੋਈ ਕੰਮ ਨਹੀਂ ਨਵਜੋਤ ਸਿੰਘ ਸਿੱਧੂ ਹੁਣ ਨਹੀਂ ਕਰਦੇ। ਸੋ ਅਗਰ ਉਹ ਟੈਲੀਵਿਜ਼ਨ ਦਾ ਕੰਮ ਵੀ ਥੋੜਾ ਬਹੁਤਾ ਕਰਨਗੇ ਤੇ ਉਹ ਪੰਜਾਬ ਦੀ ਸੇਵਾ ਹੋਰ ਚੰਗੀ ਤਰ੍ਹਾਂ ਕਰ ਸਕਣਗੇ, ਮੇਰਾ ਇਹ ਮੰਨਣਾ ਹੈ। ਬਾਕੀ ਫੈਸਲਾ ਉਹਨਾਂ ਦਾ ਨਿੱਜੀ ਹੈ। ਪਰ ਜਿਹੜੇ ਲੋਕ ਇਹਨਾਂ ਗੱਲਾਂ ਤੇ ਸਿਆਸਤ ਕਰਦੇ ਨੇ, ਮੈਂ ਕਹਿੰਦਾ ਉਹ ਸਾਨੂੰ ਨਿੰਦਣਾ ਚਾਹੀਦਾ। ਦੇਖੋ, ਡਾਕਟਰ ਮਨਮੋਹਨ ਸਿੰਘ ਸੀ, ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦੇ ਹੋਏ ਸਟੂਡੈਂਟਸ ਨੂੰ ਲੈਕਚਰ ਦਿੰਦੇ ਸੀ, ਗਾਈਡ ਕਰਦੇ ਸੀ। ਡਾਕਟਰ ਅਬਦੁਲ ਕਲਾਮ ਹੈ, ਉਹ ਰਾਸ਼ਟਰਪਤੀ ਸੀ, ਫਿਰ ਵੀ ਉਹ ਸਟੂਡੈਂਟਸ ਨੂੰ ਕਿੰਨੀ ਵਾਰੀ ਉਹਨਾਂ ਨੇ ਸਟੂਡੈਂਟਸ ਦੇ ਕਲਾਸ ਲਏ, ਉਹਨਾਂ ਨੇ ਗਾਈਡ। ਸੋ ਜਿਹੜਾ ਪੇਸ਼ਾ ਹੈ, ਹੁਣ ਮੈਂ ਦੇਖੋ ਗੌਤਮ ਗੰਭੀਰ ਨੇ, ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਗੌਤਮ ਗੰਭੀਰ, ਉਹ ਕਮੈਂਟਰੀ ਕਰਦੇ ਨੇ IPL ਦੇ ਵਿੱਚ, ਉਹ IPL 'ਚ ਕਮੈਂਟਰੀ ਕਰਦੇ ਨੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਹੁਣ ਹਰਭਜਨ ਸਿੰਘ ਭੱਜੀ ਆਪਣੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ, ਕਦੀ ਆਮ ਆਦਮੀ ਪਾਰਟੀ ਨੇ ਕਿਹਾ ਵੀ ਭੱਜੀ ਸਾਹਿਬ ਤੁਸੀਂ ਕਮੈਂਟਰੀ ਕਿਉਂ ਕਰਦੇ ਹੋ? ਕਿਸੇ ਕਾਂਗਰਸ ਦੇ ਲੀਡਰ ਨੇ ਕਦੀ ਕਿਹਾ ਵੀ ਹਰਭਜਨ ਸਿੰਘ ਜੀ ਤੁਸੀਂ ਕਮੈਂਟਰੀ ਕਿਉਂ, ਕ੍ਰਿਕਟ ਦੇ ਨਾਲ ਕਿਉਂ ਜੁੜੇ ਹੋ? ਸੋ ਜੇ ਨਵਜੋਤ ਸਿੰਘ ਸਿੱਧੂ ਟੈਲੀਵਿਜ਼ਨ ਜਾਂ ਕ੍ਰਿਕਟ ਨਾਲ ਜੁੜਦੇ ਨੇ, ਐਡਾ ਵੱਡਾ ਨਵਜੋਤ ਸਿੰਘ ਸਿੱਧੂ ਨਾਮ ਹੈ, ਕ੍ਰਿਕਟ ਲਈ ਕਿੰਨਾ ਕੁਝ ਉਹਨਾਂ ਨੇ ਦਿੱਤਾ ਹੈ, ਕਮੈਂਟਰੀ 'ਚ ਕਿੰਨੀਆਂ ਬੁਲੰਦੀਆਂ ਛੂਹੀਆਂ ਨੇ, ਇੱਕ ਸਿੱਖ ਦੀ ਪਛਾਣ ਨਵਜੋਤ ਸਿੰਘ ਸਿੱਧੂ ਨੇ, ਕਾਮਯਾਬ ਸਿੱਖ ਦੀ ਪਛਾਣ ਬਣਾਈ ਹੈ ਨਵਜੋਤ ਸਿੰਘ ਸਿੱਧੂ ਨੇ। ਸੋ ਮੈਂ ਉਹਨਾਂ ਨੂੰ ਹਮੇਸ਼ਾ ਕਿਹਾ ਕਿ ਤੁਹਾਨੂੰ ਪ੍ਰੋਗਰਾਮ ਕਰਨਾ ਚਾਹੀਦਾ ਟੈਲੀਵਿਜ਼ਨ ਦਾ, ਔਰ ਮੈਂ ਅੱਜ ਵੀ ਇਸ ਗੱਲ ਤੇ ਕਾਇਮ ਹਾਂ ਕਿ ਤੁਹਾਨੂੰ ਆਪਣਾ ਪੇਸ਼ਾ ਨਹੀਂ ਛੱਡਣਾ ਚਾਹੀਦਾ, ਆਪਣੇ ਪੇਸ਼ੇ ਤੇ ਹਮੇਸ਼ਾ ਮਾਣ ਹੋਣਾ ਚਾਹੀਦਾ, ਸੇਵਾ ਵੀ ਕਰੋ, ਪੋਲਿਟਿਕਸ ਵੀ ਕਰੋ। ਸੋ ਮੇਰਾ ਤਾਂ ਇਹ ਮੰਨਣਾ, ਦੇਖੋ ਡੋਨਾਲਡ ਟਰੰਪ ਇੱਕ ਬਿਜ਼ਨਸਮੈਨ ਸੀ ਕਿੱਡੇ ਵੱਡੇ, ਹੁਣ ਕੀ ਜਦੋਂ ਰਾਸ਼ਟਰਪਤੀ ਬਣੇ ਅਮਰੀਕਾ ਦੇ, ਉਹਨਾਂ ਨੇ ਆਪਣੇ ਕਾਰੋਬਾਰ ਬੰਦ ਕਰਤੇ। ਸੋ ਇਸ ਕਰਕੇ, ਔਰ ਨਵਜੋਤ ਸਿੰਘ ਸਿੱਧੂ, ਬਾਕੀ ਉਹਨਾਂ ਦਾ ਫੈਸਲਾ, ਪਰ ਮੈਂ ਹਜੇ ਵੀ ਇਸ ਓਪੀਨੀਅਨ 'ਚ ਹਾਂ ਕਿ ਉਹਨਾਂ ਨੂੰ ਜ਼ਰੂਰ ਇੱਕ ਅੱਧਾ ਦਿਨ ਟੈਲੀਵਿਜ਼ਨ ਦੇ ਪ੍ਰੋਗਰਾਮ ਕਰਨੇ ਚਾਹੀਦੇ ਨੇ, ਮੇਰੀ ਨਿੱਜੀ ਰਾਏ ਹੈ। ਬਾਕੀ ਜਿਹੜੇ ਵਿਰੋਧ ਕਰਨ ਵਾਲੇ ਨੇ ਹਰਜੋਤ ਜੀ, ਉਹਨਾਂ ਨੇ ਵਿਰੋਧ ਕਰੀ ਜਾਣਾ ਕਿਉਂਕਿ ਉਹਨਾਂ ਦਾ ਪੇਸ਼ਾ ਵਿਰੋਧ ਕਰਨਾ। ਬਿਲਕੁਲ ਬਿਲਕੁਲ, ਕਿਉਂਕਿ ਅਗਰ ਅਸੀਂ ਸਿਆਸਤ ਤੋਂ ਹਟ ਕੇ ਗੱਲ ਕਰੀਏ ਤਾਂ ਅਗਰ ਅਸੀਂ ਕਿਸੇ ਦੀ ਸੇਵਾ ਵੀ ਕਰਨਾ ਚਾਹੀਏ ਤਾਂ ਉਸਦੇ ਲਈ ਵੀ ਪੈਸਿਆਂ ਦੀ ਜ਼ਰੂਰਤ ਤਾਂ ਹੁੰਦੀ ਹੈ, ਫ੍ਰੀ ਵਿੱਚ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਅੱਜ ਦੇ ਸਮੇਂ ਵਿੱਚ। ਸੋ ਬਿਲਕੁਲ ਇਹ ਜ਼ਰੂਰੀ ਰਹਿੰਦਾ ਜੀ। ਸਾਡੇ ਕਈ ਕੇਂਦਰੀ ਮੰਤਰੀ ਨੇ ਜਿਨ੍ਹਾਂ ਦੇ ਕਾਰੋਬਾਰ ਚੱਲਦੇ ਨੇ ਜੀ, ਕਈ ਕੇਂਦਰੀ ਮੰਤਰੀ ਨੇ ਜਿਨ੍ਹਾਂ ਦੇ ਕਾਰੋਬਾਰ ਚੱਲਦੇ ਨੇ। ਮੈਂ ਕਿਸੇ ਦਿਨ ਕਹੂੰਗੇ ਤੇ ਮੈਂ ਨਾਮ ਵੀ ਕੱਲੇ ਕੱਲੇ ਦਾ ਲੈ ਦੂੰਗਾ। ਔਰ ਜਿਸ ਦਿਨ, ਚਲੋ ਹੁਣ ਇਹ ਪਤਾ ਹੀ ਹੈ, ਆਪਣੇ ਲੋਕਾਂ ਨੂੰ ਪਤਾ ਹੀ ਹੈ
ਸਿੱਧੂ ਤੋਂ ਐਲਰਜੀ ਇਸ ਗੱਲ ਦੀ ਸੀ ਵੀ ਸਿੱਧੂ ਮਸ਼ਹੂਰ ਹੈ, ਸਿੱਧੂ ਜਿਹੜੇ ਕੰਮ 'ਚ ਪੈਂਦਾ ਹੈ, ਸਿੱਧੂ ਉਸ ਕੰਮ 'ਚ ਸਿਖਰ ਛੂੰਹਦਾ ਹੈ। ਜੇ ਹੁਣ ਉਹ ਵਿਰੋਧੀ ਧਿਰ MLA ਵੀ ਨਹੀਂ ਹੈ, ਲੋਕਾਂ ਦੇ ਮੁੱਦਿਆਂ ਤੇ ਨਵਜੋਤ ਸਿੰਘ ਸਿੱਧੂ ਐਂਡ ਕਰਾ ਰਿਹਾ। ਅੱਜ ਕੱਲ੍ਹ ਗਾਣਿਆਂ 'ਚ ਐਂਡ ਸ਼ਬਦ ਵਰਤਦੇ ਆ, ਕੱਲੀ ਕੱਲੀ ਥਾਂ ਤੇ ਨਵਜੋਤ ਸਿੰਘ ਸਿੱਧੂ ਘੁੰਮਦਾ ਫਿਰ ਰਿਹਾ। ਬਿਲਕੁਲ ਬਿਲकुल बिल्कुल सही कहा तुसी। सो चलो आने वाले समय में ये भी तस्वीर बिल्कुल साफ जरूर हो जाएगी कि नवजोत सिंह सिद्धू की फैसला लेंदे ने, क्योंकि मैं बार बार वही गल कर रही हूं, क्योंकि असं किसी की मदद भी करना चाहिए तो असं खुद फाइनैशियली स्ट्रोंग होवांगे, तां ही असं किसी जरूरतमंद का भी सहारा बन सकांगे। चलो असं पंजाब के होर मुद्दों ते भी जो है खबर ते चानना जरूर पाना चाहांगे। जेकर असं गल करिए तां कणक की एक्सपोर्ट ते लैके PM मोदी ने जो है एक पाबंदी लगा दी है, तो उसको लेके भी सवाल कई खड़े हो चुके हैं, क्योंकि जिथे पहला कुछ ढिल दिखी सी उन्होंने कि कुछ रियायत दिंदे दिखे सी कि कणक के दाणे नूं लैके उन्होंने एक मंजूरी दी सी कि जिहड़ा दाणा इन्ना सही नहीं है उसनूं भी उन्होंने ओदी खरीद जी थोड़ी ढिल दी सी। पर यह गल कहनी कि एक्सपोर्ट ते पाबंदी इहदे पिछे की कारण मन्ने जा सकते हैं ते किवें देखा जा रहा है, क्योंकि सवाल कई खड़े हो रहे हैं इसनूं लैके भी। देखो, पहला तो मैं कहां कि साडे पोलीटिकल लीडर कई बारी पूरी गहराई च नहीं जाते। ਭਾਰਤ ਸਰਕਾਰ ਦੇ ਜਿਹੜੇ ਵਣਜ ਦੇ ਸਕੱਤਰ ਨੇ, ਜਿਹੜੇ ਸਾਡੇ ਵਪਾਰ ਦੇ ਸਕੱਤਰ ਨੇ, BVR ਸੁਬਰਾਮਨੀਅਮ ਜੀ, ਮੈਂ ਉਹਨਾਂ ਦੀ ਸਾਰੀ ਗੱਲ ਨੂੰ ਬੜੇ ਧਿਆਨ ਨਾਲ ਸਮਝਿਆ। ਹਰਜੋਤ, ਜਿਹੜੀ ਐਕਸਪੋਰਟ ਦੀ ਪਾਬੰਦੀ ਲਗਾਈ ਗਈ ਹੈ ਇਹਨੂੰ ਪੰਜਾਬੀ ਚ ਕਹਿੰਦੇ ਨੇ ਬਰਾਮਦ ਰੋਕਤੀ। ਜਦੋਂ ਅਸੀਂ ਵਿਦਿਆਰਥੀ ਸੀ ਅਸੀਂ ਬਰਾਮਦ ਤੇ ਦਰਾਮਦ ਚ ਉਲਝ ਜਾਂਦੇ ਸੀ ਕਿ ਬਰਾਮਦ ਕੀ ਹੁੰਦਾ ਤੇ ਦਰਾਮਦ ਕੀ ਹੁੰਦਾ। ਜਿਹੜਾ ਬਰਾਮਦ ਹੈ ਉਹ ਐਕਸਪੋਰਟ ਹੁੰਦਾ, ਜਿਹੜਾ ਦਰਾਮਦ ਹੈ ਉਹ ਇੰਪੋਰਟ ਹੁੰਦਾ। ਸੋ ਹੁਣ ਬਰਾਮਦ ਦੇ ਉੱਤੇ ਪਾਬੰਦੀ ਲਗਾਈ ਗਈ ਹੈ, ਕਣਕ ਦੇ ਐਕਸਪੋਰਟ ਤੇ ਪਾਬੰਦੀ। ਉਹਦਾ ਕਾਰਨ ਕੀ ਹੈ? ਮੂਲ ਰੂਪ ਚ ਭਾਰਤ ਦੀ ਸਰਕਾਰ ਇਹ ਦੇਖ ਰਹੀ ਹੈ ਕਿ ਸਾਡੇ ਕੋਲੇ ਸਟਾਕ ਚੰਗਾ ਹੈ, ਇੰਡੀਆ ਦੇ ਵਿੱਚ ਭਾਰਤ ਚ ਸਾਡੇ ਕੋਲੇ ਸਟਾਕ ਚੰਗਾ ਹੈ, ਸਾਡੇ ਗੋਦਾਮਾਂ ਚ ਵੀ ਸਫੀਸ਼ੀਐਂਟ ਕਣਕ ਹੈ। ਭਾਵੇਂ ਕਈ ਸੂਬਿਆਂ ਚ ਉਤਪਾਦਨ ਘਟਿਆ, ਦੇਖੋ ਪੰਜਾਬ ਚ ਘਟਿਆ, ਸਾਨੂੰ ਉਮੀਦ ਸੀ 125 ਲੱਖ ਮੀਟ੍ਰਿਕ ਟਨ, 130 ਲੱਖ ਮੀਟ੍ਰਿਕ ਟਨ। ਆਮ ਤੌਰ ਤੇ ਸਾਡੇ 33-34 ਲੱਖ ਹੈਕਟੇਅਰ ਚ ਕਣਕ ਦੀ ਖੇਤੀ ਹੁੰਦੀ ਹੈ, ਔਰ ਵੱਧ ਤੋਂ ਵੱਧ ਸਾਡੇ 150 ਲੱਖ ਮੀਟ੍ਰਿਕ ਟਨ, 160 ਲੱਖ ਮੀਟ੍ਰਿਕ ਟਨ ਦੇ ਵੀ ਟੀਚੇ ਅਸੀਂ ਰੱਖਦੇ ਹਾਂ ਕਿ ਸਾਡਾ ਉਤਪਾਦਨ ਆਵੇ। ਇਸ ਵਾਰ ਸਾਡਾ ਉਤਪਾਦਨ 100 ਲੱਖ ਮੀਟ੍ਰਿਕ ਟਨ ਤੋਂ ਵੀ ਘਟ ਗਿਆ। ਭਾਰਤ ਸਰਕਾਰ ਨੇ ਸਾਡੀ ਸਾਰੀ ਕਣਕ ਚੱਕੀ ਹੈ, ਪੰਜਾਬ ਦੀਆਂ ਏਜੰਸੀਆਂ ਨੇ ਵੀ ਚੱਕੀ ਹੈ, ਕਿਉਂਕਿ ਕੇਂਦਰ ਪੈਸਾ ਦਿੰਦਾ। ਸੋ ਪੰਜਾਬ 'ਚ ਕਣਕ ਹੈ ਹੀ ਨਹੀਂ ਕਿਸਾਨਾਂ ਕੋਲੇ। ਕਿਸੇ ਨੇ ਮਾੜਾ ਮੋਟਾ ਆਪਣੇ ਢੋਲ 'ਚ ਰੱਖ ਲਈ ਹੋਵੇ, ਆਪਣੇ ਪਰਿਵਾਰ ਜੋਗੀ ਗੱਲ ਵੱਖਰੀ ਹੈ। ਸੋ ਮੈਂ ਕਈ ਲੀਡਰਾਂ ਦੇ ਬਿਆਨ ਦੇਖ ਰਿਹਾ ਸੀ, ਰਾਜਾ ਵੜਿੰਗ ਉਹਨਾਂ ਦਾ ਵੀ ਟਵੀਟ ਆਇਆ, ਕਹਿੰਦੇ ਮੋਦੀ ਸਾਹਿਬ ਨੂੰ ਇਹ ਫੈਸਲਾ ਨਹੀਂ ਸੀ ਕਰਨਾ ਚਾਹੀਦਾ। ਸੋ ਮੈਨੂੰ ਲੱਗਦਾ ਰਾਜਾ ਵੜਿੰਗ ਜੀ ਨੂੰ ਕਿਸੇ ਨੇ ਤਕਨੀਕੀ ਪਹਿਲੂ ਨਹੀਂ ਦੱਸੇ। ਉਹ ਤਕਨੀਕੀ ਪਹਿਲੂ ਮੈਂ ਸਾਫ਼ ਕਰਦਾ। ਅੱਜ ਉਸ ਸਥਿਤੀ 'ਚ ਪੰਜਾਬ ਦਾ ਕਿਸਾਨ ਹੈ ਹੀ ਨਹੀਂ ਕਿ ਉਹ ਕਣਕ ਐਕਸਪੋਰਟ ਕਰੇ। ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਕਣਕ ਦੇ ਚੁੱਕਿਆ ਸਾਰੀ, ਲਗਭਗ ਮਾੜੀ ਮੋਟੀ ਕਿਸੇ ਕੋਲੇ ਹੋਵੇ। ਔਰ ਜੇ ਅੱਜ ਕਣਕ ਐਕਸਪੋਰਟ ਹੁੰਦੀ ਹੈ ਸਾਡੇ ਮੁਲਕ 'ਚੋਂ, ਦੇਖੋ ਦੁਨੀਆ 'ਚ ਕਣਕ ਦੀ ਕਮੀ ਹੈ, ਹੁੰਦਾ ਕੀ ਹੈ, ਜੇ ਕਣਕ ਐਕਸਪੋਰਟ ਹੋਏਗੀ ਤਾਂ ਬਾਹਰਲੇ ਲੋਕ ਉਹਨੂੰ ਸਟੋਰ ਕਰ ਲੈਣਗੇ। ਸਾਡੇ ਇੰਡੀਆ ਦੀਆਂ ਵੀ ਕਈ ਕੰਪਨੀਆਂ ਹੋ ਸਕਦੀਆਂ ਨੇ ਵੀ ਆਪਣੀ ਕਣਕ ਨੂੰ ਬਾਹਰ ਐਕਸਪੋਰਟ ਕਰ ਦੋ, ਬਿਲਕੁਲ ਪੂਰੇ ਕਣਕ ਦੀ ਕਮੀ ਪੈਦਾ ਹੋ ਜਾਣੀ ਹੈ, ਫਿਰ ਆਟੇ ਦਾ ਮੁੱਲ ਵਧਾ ਦੋ। ਜੀ ਸੋ ਇਹ ਕਣਕ ਦੀ ਐਕਸਪੋਰਟ ਜਿਹੜੀ ਮੋਦੀ ਸਾਹਿਬ ਨੇ ਪਾਬੰਦੀ ਲਾਈ ਹੈ, ਇਹ ਸਾਡੇ ਆਮ ਲੋਕਾਂ ਦੇ ਫਾਇਦੇ ਲਈ ਲਾਈ ਹੈ। ਇਹਦੇ 'ਚ ਕਿਸਾਨਾਂ ਦਾ ਵੀ ਫਾਇਦਾ ਹੈ ਜੀ, ਕਿਉਂਕਿ ਐਕਸਪੋਰਟ ਤੇ ਪਾਬੰਦੀ ਲਾਉਣ ਦੇ ਨਾਲ ਭਾਰਤ ਦੇ ਵਿੱਚ ਕਣਕ ਦਾ ਮੁੱਲ ਉਨਾ ਹੀ ਰਹੂਗਾ। ਦੇਖੋ ਕਿਸਾਨ ਨੂੰ ਤਾਂ ਪ੍ਰਤੀ ਕੁਇੰਟਲ ਜਿਹੜੀ ਵਿਕਣੀ ਸੀ ਉਹ ਵਿਕ ਗਈ, ਸਰਕਾਰ ਨੇ ਚੱਕ ਲਈ। ਜੇ ਹੁਣ ਐਕਸਪੋਰਟ ਹੋਏਗੀ ਤੇ ਇੰਡੀਆ 'ਚ ਕਣਕ ਦਾ ਮੁੱਲ ਵੱਧ ਜਾਊਗਾ, ਫਿਰ ਲੋਕਾਂ ਨੇ ਇੰਡੀਆ ਦੇ ਵਿੱਚ ਵੀ ਗੋਦਾਮਾਂ 'ਚ ਸਟੋਰ ਕਰ ਲੈਣੀ ਹੈ। ਉਹਨਾਂ ਨੇ ਕਹਿਣਾ ਜੀ ਮੁੱਲ ਵੱਧ ਰਿਹਾ, ਇਹਨੂੰ ਸਟੋਰ ਕਰ ਲਓ, ਮੁੱਲ ਮਾੜਾ ਜਿਹਾ ਹੋਰ ਵਧੇ ਫਿਰ ਕੱਢਾਂਗੇ ਕਣਕ। ਸਾਡੇ ਆਟਾ ਇੰਡੀਆ ਦੇ ਖਾਣ ਜੋਗੀ ਕਣਕ ਸਾਡੇ ਕੋਲੇ ਸਫੀਸ਼ੀਐਂਟ ਹੈ, ਸਾਡੇ ਗੋਦਾਮਾਂ 'ਚ ਵੀ ਸਫੀਸ਼ੀਐਂਟ ਹੈ। ਜਿਹੜੀ ਸਾਡੇ ਜ਼ਰੂਰਤਮੰਦ ਭੈਣ ਭਰਾਵਾਂ ਨੂੰ ਆਟਾ ਦਾਲ ਸਕੀਮਾਂ 'ਚ ਮਿਲਣੀ ਆ ਉਹ ਵੀ ਸਾਡੇ ਕੋਲੇ ਬਹੁਤ ਹੈ। ਸਾਡੇ ਕੋਲੇ ਕਣਕ ਦੀ ਕਮੀ ਹੋਈ ਨਹੀਂ, ਪੰਜਾਬ ਦਾ ਉਤਪਾਦਨ ਜ਼ਰੂਰ ਘਟਿਆ। ਸੋ ਜਿਹੜਾ ਐਕਸਪੋਰਟ ਦੇ ਉੱਤੇ ਕਮੀ ਪਾਬੰਦੀ ਲਾਈ ਗਈ ਹੈ ਉਹਦੇ ਪਿੱਛੇ ਕਾਰਨ ਇਹ ਹੈ ਵੀ ਇਸ ਵਕਤ ਕਣਕ ਬਾਹਰ ਨਾ ਜਾਵੇ। ਸੋ ਸਾਡੇ ਕੋਲ ਆਪਣੀ ਕਣਕ ਚੰਗੀ ਹੈ। ਦੂਸਰਾ, ਹੁਣ ਮੋਦੀ ਸਾਹਿਬ ਨੇ ਤਾਂ 18% ਜਿਹੜਾ ਸੀ ਕਣਕ ਦੇ ਮਾਪਦੰਡਾਂ 'ਚੋਂ 18% ਦੀ ਛੂਟ ਦਿੱਤੀ। ਜਿਹੜਾ ਦਾਣਾ ਸਾਡਾ ਸੁੰਗੜਿਆ ਸੀ, ਜਾਂ ਇੱਕ ਇਹਨੂੰ ਟੈਕਨੀਕਲ ਕਹਿੰਦੇ ਨੇ ਟੁੱਟ ਵੀ ਕਹਿੰਦੇ ਨੇ, ਇੱਕ ਸਾਡਾ ਸੁੰਗੜਿਆ ਦਾਣਾ, ਇੱਕ ਵਿੱਚੋਂ ਟੁੱਟਿਆ ਦਾਣਾ, ਉਹ 'ਚ ਟੁੱਟ ਪਈ। ਸੋ ਇਸ ਕਰਕੇ ਉਹਦੇ ਤੇ ਛੋਟ ਦਿੱਤੀ 18% ਦੀ। ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਜਾਣਾ ਚਾਹੀਦਾ। ਉਹਨਾਂ ਨੇ ਦੇਸ਼ ਦੀ ਕਿਸਾਨੀ ਦੇ ਹੱਕ 'ਚ ਫੈਸਲਾ ਲਿਆ। ਸੋ
ਹਰਜੋਤ ਜੀ, ਮੇਰੀ ਇੱਕ ਆਦਤ ਹੈ, ਮੈਂ ਅੱਖਾਂ ਬੰਦ ਕਰਕੇ ਨਿੰਦਦਾ ਨਹੀਂ। ਨਿੰਦਣ ਪ੍ਰੋਗਰਾਮ ਹੈ ਜਿਹੜਾ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਜਿਹੜਾ ਫੈਸਲਾ ਪ੍ਰਧਾਨ ਮੰਤਰੀ ਸਾਹਿਬ ਦਾ ਚੰਗਾ ਹੈ ਉਹਦੀ ਤਾਰੀਫ ਕਰੋ, ਜਿਹੜਾ ਫੈਸਲਾ ਪ੍ਰਧਾਨ ਮੰਤਰੀ ਸਾਹਿਬ ਦਾ ਗਲਤ ਹੈ ਉਹਦੇ ਤੇ ਸਵਾਲ ਚੱਕੋ, ਤਾਂ ਕਿ ਗੱਲ ਪਹੁੰਚੇ ਵੀ ਲੋਕ ਕੀ ਸੋਚਦੇ ਨੇ। ਸੋ ਇਸ ਕਰਕੇ ਇਹ ਫੈਸਲਾ ਚੰਗਾ ਕੀਤਾ ਜਿਹੜਾ ਐਕਸਪੋਰਟ ਦੇ ਉੱਤੇ ਰੋਕ ਲਾਈ ਹੈ ਭਾਰਤ ਸਰਕਾਰ। जी बिल्कुल, क्योंकि किसी भी खबर ਦੇ ਹਰੇਕ ਪਹਿਲੂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਕਿ ਲੋਕ ਸਹੀ ਤਰੀਕੇ ਨਾਲ ਉਸ ਨੂੰ ਸਮਝ ਕੇ ਉਸ ਉੱਪਰ ਆਪਣਾ ਫੈਸਲਾ ਜਾਂ ਆਪਣਾ ਕੋਈ ਰਾਏ ਰੱਖ ਸਕਣ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਕਿ ਅੱਜ ਆਪਾਂ ਜਿਨ੍ਹਾਂ ਖਬਰਾਂ ਦੀ ਚਰਚਾ ਕੀਤੀ ਹੈ ਤੁਸੀਂ ਉਸ ਉੱਪਰ ਵਿਸਥਾਰ ਦੇ ਵਿੱਚ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਬਹੁਤ ਬਹੁਤ ਜੀ। ਕੁਝ ਲੋਕ ਨੇ ਜਿਹੜੇ ਕੰਮ ਹੀ ਐਕਸਪੋਰਟ ਦਾ ਕਰਦੇ ਸੀ, ਉਹਨਾਂ ਦਾ ਨੁਕਸਾਨ ਹੋ ਸਕਦਾ ਹੈ, ਪਰ ਵੱਡੀ ਗਿਣਤੀ 'ਚ ਲੋਕਾਂ ਨੂੰ ਫਾਇਦਾ ਹੋਊਗਾ। ਔਰ ਇੱਕ ਮੈਂ ਛੋਟੀ ਜਿਹੀ ਖਬਰ ਸਾਂਝੀ ਕਰਦੇ ਹਾਂ। ਦੇਖੋ, ਅੱਜ 15 ਮਈ ਹੋ ਗਈ ਸ਼ਾਮ, ਕਿੰਨੀ ਗਰਮੀ ਪੰਜਾਬ ਦੇ ਵਿੱਚ, ਟੈਂਪਰੇਚਰ 47 ਡਿਗਰੀ ਤੱਕ ਪਹੁੰਚ ਗਿਆ। ਸਾਡੇ ਕਈ ਤਾਪਘਰ ਇਸੇ ਕਰਕੇ ਕਈ ਯੂਨਿਟ ਬੰਦ ਨੇ ਤਾਪਘਰਾਂ ਦੇ, ਬਿਜਲੀ ਦੀ ਬੜੀ ਕਮੀ ਹੈ। ਸੋ ਸਾਰੇ ਲੋਕਾਂ ਨੂੰ ਬੇਨਤੀ ਹੈ, ਜਦੋਂ ਜ਼ਰੂਰਤ ਨਾ ਹੋਵੇ ਆਪਾਂ ਪੱਖੇ, ਲਾਈਟਾਂ, ਕੂਲਰ, ਏਸੀ ਬੰਦ ਰੱਖਿਆ ਕਰੀਏ। ਜੀ ਬਿਲਕੁਲ। ਹਰਿਆਣੇ 'ਚ 48 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ ਕਈ ਥਾਵਾਂ ਤੇ, ਔਰ ਪੰਜਾਬ 'ਚ 47 ਡਿਗਰੀ ਤੇ। ਸੋ ਮੈਨੂੰ ਲੱਗਦਾ ਹੈ ਇਹ ਬਹੁਤ ਜ਼ਿਆਦਾ ਤਾਪਮਾਨ ਹੈ। ਔਰ ਕੱਲ ਜਿਹੜੀ ਮੌਸਮ ਮਹਿਕਮੇ ਨੇ ਅੰਦਾਜ਼ੇ ਦਿੱਤੇ ਨੇ, ਕੱਲ 16 ਤਰੀਕ ਨੂੰ, 17 ਤਰੀਕ ਨੂੰ ਹਨੇਰੀ ਵੀ ਚੱਲ ਸਕਦੀ ਹੈ, ਝੱਖੜ ਵੀ ਚੱਲ ਸਕਦਾ ਹੈ ਤੇ ਮੀਂਹ ਵੀ ਪੈ ਸਕਦਾ ਹੈ। ਸੋ ਇਹ ਮੌਸਮ ਠੀਕ ਹੈ। ਅਗਰ ਮੀਂਹ ਆ ਜਾਏ, ਥੋੜੀ ਜਿਹੀ ਗਰਮੀ ਤੋਂ ਸਾਨੂੰ ਛੁਟਕਾਰਾ ਮਿਲ ਜੂਗਾ। ਜੀ ਬਿਲਕੁਲ ਸਹੀ ਤੁਸੀਂ ਕਿਹਾ, ਕਿਉਂਕਿ ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਔਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਸੋ ਜਿੱਥੇ ਅਸੀਂ ਬਿਜਲੀ ਦੀ ਵੀ ਸੁਰੱਖਿਆ ਕਰਨੀ ਹੈ, ਘੱਟ ਤੋਂ ਘੱਟ ਜੋ ਹੈ ਚੀਜ਼ਾਂ ਚਲਾਈਏ ਤਾਂ ਕਿ ਬਿਜਲੀ ਦਾ ਸੰਕਟ ਨਾ ਕਰ ਆਏ। ਨਾਲ ਦੀ ਨਾਲ ਅਸੀਂ ਖੁਦ ਵੀ ਨਿੰਬੂ ਪਾਣੀ, ਇਹ ਜਿਹੀ ਚੀਜ਼ਾਂ, ਪਾਣੀ ਲਗਾਤਾਰ ਪੀਂਦੇ ਰਹੀਏ, ਖੁਦ ਨੂੰ ਵੀ ਗਰਮੀ ਤੋਂ ਜ਼ਰੂਰ ਬਚਾਈਏ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਕਿ ਤੁਸੀਂ ਇਹਨਾਂ ਸਭ ਗੱਲਾਂ ਦੇ ਉੱਪਰ ਚਰਚਾ ਕੀਤੀ ਹੈ ਜੀ। ਤੇ ਨਾਲ ਦੀ ਨਾਲ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਸੁਝਾਅ ਵੀ ਕਮੈਂਟ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।